है हौली हौली वो सारे सूबਿਆਂ की ताकत अपने सेंटर च रखना चाहते हैं। आज जिहड़े कानून काले कानून बने हैं जे वो सूबਿਆਂ की अधिकार नूं ना खोंदे ते काले कानून बना ही नहीं सकते सी। ਅੱਜ ਤੁਸੀਂ सुप्रीम कोर्ट की बार एसोसीएशन ने कहा कि ਜਿਹੜੇ ਕਾਨੂੰਨ ਮੋਦੀ ਸਾਹਿਬ ਨੇ ਬਣਾਏ ਆ ਇਲੀਗਲ ਹੈ। ਕਿਉਂ ਇਲੀਗਲ ਹੈ? ਆ ਅਧਿਕਾਰ ਸੂਬਿਆਂ ਦੇ ਸੀ, ਜਿਹੜੇ ਸੂਬਿਆਂ ਦੇ ਅਧਿਕਾਰ ਖੋ ਕੇ ਮੋਦੀ ਸਾਹਿਬ ਨੇ ਆਪਣੇ ਸੈਂਟਰ ਦੀ ਤਾਕਤ ਲਈ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਜੋ ਸੈਂਟਰ ਦੀ ਪਾਵਰ ਹੈ, ਸੂਬਿਆਂ ਦੀ ਪਾਵਰ ਹੈ, ਆਪਣੇ ਕੋਲ ਲੈ ਰਿਹਾ, ਜਿਹਦਾ ਬਹੁਤ ਵੱਡਾ ਨੁਕਸਾਨ ਦੇਸ਼ ਦੀ ਤਰੱਕੀ ਦਾ ਹੋਊਗਾ। ਆ ਡਿਕਟੇਟਰਸ਼ਿਪ ਮੰਗੂ, ਜਿਵੇਂ ਦੇਸ਼ਾਂ ਵਿੱਚ ਡਿਕਟੇਟਰਸ਼ਿਪ ਹੁੰਦੀ ਹੈ, ਇੱਕ ਹੀ ਲੀਡਰ ਕੋਲੇ ਪਾਵਰ ਹੁੰਦੀ ਹੈ, ਉਵੇਂ ਭਾਰਤ ਕੋਸ਼ਿਸ਼ ਕਰ ਰਿਹਾ। ਅਸੀਂ 2 ਤਰੀਕ ਤੋਂ ਜਿਹੜੇ ਜ਼ਿਲ੍ਹਿਆਂ 'ਚ ਕਿਸਾਨ ਸੰਘਰਸ਼ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਆ, ਉਹਨਾਂ ਜ਼ਿਲ੍ਹਿਆਂ 'ਚ ਅਸੀਂ ਗੁਰੂ ਘਰਾਂ 'ਚ ਉੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਦੀ ਪਾਠ ਵੀ ਰੱਖੇ ਹੈ। ਭੋਗ ਪੈਣਗੇ, ਉਹਦੇ ਬਾਅਦ ਅਰਦਾਸ ਕਰਾਂਗੇ, ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਾਂਗੇ। ਤੇ ਨਾਲੇ ਜਿਹੜੇ ਸੰਘਰਸ਼ ਹੈ, ਕਿਸਾਨੀ ਦੇ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ, ਕਿਸਾਨੀ ਦੀ ਸੰਘਰਸ਼ ਦੀ ਜਿੱਤ ਵਾਸਤੇ ਕਾਮਯਾਬ ਹੋਏ ਸੰਘਰਸ਼, ਕਿਉਂਕਿ ਆ ਸਾਰੀ ਆ ਜਿਹੜਾ ਸੰਘਰਸ਼ ਹੈ ਆ ਹੁਣ ਸਮੁੱਚੀ ਕਿਸਾਨੀ ਦੀ ਇੱਜ਼ਤ ਦਾ ਸਵਾਲ ਹੈ। ਇੱਕ ਹੰਕਾਰੀ ਰਾਜਾ ਮੋਦੀ ਦੇ ਖਿਲਾਫ ਸੰਘਰਸ਼ ਸ਼ੁਰੂ ਹੋਇਆ ਤੇ ਪਰਮਾਤਮਾ ਦੇ ਆਸ਼ੀਰਵਾਦ ਅਸੀਂ ਲੈਣ ਵਾਸਤੇ ਮੋਦੀ ਨੂੰ ਖੰਡ ਪਾਠ ਸਾਹਿਬ ਰੱਖੇ ਹੈ। ਉਹਦੇ ਬਾਅਦ 4 ਤਰੀਕ ਨੂੰ ਪਟਿਆਲੇ ਉੱਥੇ ਪਾਠ ਰੱਖਿਆ, ਉੱਥੇ ਕਈ ਲੋਕ ਸ਼ਹੀਦ ਹੋਏ ਉਸ ਜ਼ਿਲ੍ਹੇ ਦੇ ਵਿੱਚ। ਫਿਰ 11 ਤਰੀਕ ਨੂੰ ਸੰਗਰੂਰ ਉੱਥੇ ਸ਼ਰਧਾਂਜਲੀ ਦੇਵਾਂਗੇ, ਅਰਦਾਸ ਵੀ ਕਰਾਂਗੇ ਤੇ ਕੀਤੀ ਹੈ। ਤੇ ਮੈਨੂੰ ਪੂਰੀ ਆਸ ਹੈ ਤੇ ਮੈਂ ਤਾਂ ਆ ਵੀ ਬੇਨਤੀ ਕਰਦਾ ਹਾਂ ਸਾਰੇ ਜ਼ਿਲ੍ਹਿਆਂ 'ਚ ਵੀ ਜਿੱਥੇ ਜਿੱਥੇ ਆਪਣੇ ਲੋਕ ਆਪਣੇ ਸ਼ਹੀਦ ਹੋਏ ਉੱਥੇ ਸੰਗਤਾਂ ਨੂੰ ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਰੱਖਣੇ ਚਾਹੀਦੇ ਆ, ਉਹਨਾਂ ਦੀ ਅਰਦਾਸ ਕਰਨੀ ਚਾਹੀਦੀ ਹੈ ਉਹਦੀ ਆਤਮਾ ਦੀ ਸ਼ਾਂਤੀ ਵਾਸਤੇ। ਨਾਲੇ ਜਿਸ ਭਾਵਨਾ ਕਰਕੇ ਉਹ ਸ਼ਹੀਦ ਹੋਏ ਹੈ ਉਹਦੀ ਸਫਲਤਾ ਵਾਸਤੇ, ਆ ਸੰਘਰਸ਼ ਸਫਲਤਾ ਵਾਸਤੇ ਆਪਾਂ ਨੂੰ ਗੁਰੂ ਘਰਾਂ 'ਚ ਪਾਠ ਸ਼ੁਰੂ ਕਰਨੇ ਚਾਹੀਦੇ। ਬਾਕੀ ਯੂਪੀ ਵੱਲੋਂ ਚੇਅਰਪਰਸਨ ਸ਼ਰਦ ਪਵਾਰ ਦਾ ਐਲਾਨ ਜਾਰੀ ਕੀਤਾ ਜਾ ਰਿਹਾ ਹੈਗਾ, ਤੁਹਾਨੂੰ ਲੱਗਦਾ ਜੀ ਹਲੇ ਕੋਈ ਜਾਰੀ ਹੋਇਆ ਨਹੀਂ, ਉਹ ਉਹਨਾਂ ਦਾ ਆਪਣਾ ਇੰਟਰਨਲ ਮੈਟਰ ਹੈ, ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਅਸੀਂ ਤਾਂ ਜਿਹੜੇ ਅਸੀਂ ਡਿਊਟੀ ਲਾਈ, ਅਸੀਂ ਫੈਸਲਾ ਕਰ ਰਹੇ ਹਾਂ ਕਿ ਮੋਦੀ ਸਾਹਿਬ ਨੇ ਜਿਵੇਂ ਉਹਨਾਂ ਦੀ ਸੋਚ ਚੱਲ ਰਹੀ ਹੈ, ਹੌਲੀ ਹੌਲੀ ਉਹ ਸਾਰੇ ਸੂਬਿਆਂ ਦੀ ਤਾਕਤ ਆਪਣੇ ਸੈਂਟਰ 'ਚ ਰੱਖਣਾ ਚਾਹੁੰਦੇ। ਅੱਜ ਜਿਹੜੇ ਕਾਨੂੰਨ ਕਾਲੇ ਕਾਨੂੰਨ ਬਣੇ ਹੈ ਜੇ ਉਹ ਸੂਬਿਆਂ ਦੀ ਅਧਿਕਾਰ ਨੂੰ ਨਾ ਖੋਂਦੇ ਤੇ ਕਾਲੇ ਕਾਨੂੰਨ ਬਣਾ ਹੀ ਨਹੀਂ ਸਕਦੇ ਸੀ। ਅੱਜ ਉਹ ਐਜੂਕੇਸ਼ਨ ਨਹੀਂ ਹੋਣੀ ਸੀ ਜੇ ਉਹਨਾਂ ਨੇ ਮੋਦੀ ਸਾਹਿਬ ਨੇ ਜਿਹੜਾ ਸੂਬਿਆਂ ਦੇ ਅਧਿਕਾਰ ਖੋ ਕੇ ਜਿਹੜਾ ਇਲੀਗਲ ਹੈ। ਅੱਜ ਤੁਸੀਂ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਜਿਹੜੇ ਕਾਨੂੰਨ ਮੋਦੀ ਸਾਹਿਬ ਨੇ ਬਣਾਏ ਆ ਇਲੀਗਲ ਹੈ। ਕਿਉਂ ਇਲੀਗਲ ਹੈ? ਆ ਅਧਿਕਾਰ ਸੂਬਿਆਂ ਦੇ ਸੀ, ਜਿਹੜੇ ਸੂਬਿਆਂ ਦੇ ਅਧਿਕਾਰ ਖੋ ਕੇ ਮੋਦੀ ਸਾਹਿਬ ਨੇ ਆਪਣੇ ਸੈਂਟਰ ਦੀ ਤਾਕਤ ਲਈ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਜੋ ਸੈਂਟਰ ਦੀ ਪਾਵਰ ਹੈ, ਸੂਬਿਆਂ ਦੀ ਪਾਵਰ ਹੈ, ਆਪਣੇ ਕੋਲ ਲੈ ਰਿਹਾ, ਜਿਹਦਾ ਬਹੁਤ ਵੱਡਾ ਨੁਕਸਾਨ ਦੇਸ਼ ਦੀ ਤਰੱਕੀ ਦਾ ਹੋਊਗਾ। ਆ ਡਿਕਟੇਟਰਸ਼ਿਪ ਮੰਗੂ, ਜਿਵੇਂ ਦੇਸ਼ਾਂ ਵਿੱਚ ਡਿਕਟੇਟਰਸ਼ਿਪ ਹੁੰਦੀ ਹੈ, ਇੱਕ ਹੀ ਲੀਡਰ ਕੋਲੇ ਪਾਵਰ ਹੁੰਦੀ ਹੈ, ਉਵੇਂ ਭਾਰਤ ਕੋਸ਼ਿਸ਼ ਕਰ ਰਿਹਾ। ਅਸੀਂ ਕੋਸ਼ਿਸ਼ ਹੋਊਗੀ ਸਾਡੀ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਹੈ ਸਾਰਿਆਂ ਨੂੰ ਇਕੱਠੀ ਕਰੀਏ, ਇੱਕ ਪਲੈਟਫਾਰਮ ਥੱਲੇ ਇਕੱਠੇ ਕਰੀਏ। ਅਸੀਂ ਇੱਕ ਆਪਣੀ ਟੀਮ ਬਣਾਈ ਹੈ, ਭੁੰਦਰ ਸਾਹਿਬ ਜੀ ਦੀ ਅਗਵਾਈ ਕਰ ਰਿਹਾ, ਚੰਦੂ ਮਹਾਰਾਜ ਸਾਹਿਬ ਤੇ ਮਲੂਕਾ ਸਾਹਿਬ ਉਹਦੇ ਮੈਂਬਰ ਹੈ ਕਿ ਇਹਨਾਂ ਨੇ ਕਈ ਸੂਬਿਆਂ ਦੇ ਮੁੱਖ ਮੰਤਰੀ ਨਾਲ ਗੱਲ ਵੀ ਕਰ ਲਈ ਹੈ। ਜਲਦੀ ਹੀ ਅਸੀਂ ਮੀਟਿੰਗ ਕਰਕੇ ਅਸੀਂ ਪੂਰੀ ਪ੍ਰੈਸ਼ਰ ਪੂਰੇ ਮੂਵਮੈਂਟ ਬਣਾਵਾਂਗੇ ਦੇਸ਼ 'ਚ। ਬਾਦਲ ਸਾਹਿਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਕਹਿ ਰਹੇ ਨੇ, ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਕਹਿ ਰਹੇ ਨੇ ਜਦੋਂ ਸੁਖਬੀਰ ਬਾਦਲ ਅਕਾਲੀ ਦਲ ਭਾਜਪਾ ਦੇ ਨਾਲ ਸੀ ਉਦੋਂ ਅਮਨ ਸ਼ਾਂਤੀ ਦੀ ਗਰੰਟੀ ਲੈਂਦੇ ਸੀ, ਹੁਣ ਜਦੋਂ ਅੱਡ ਹੋ ਗਏ ਨੇ ਟੁਕੜੇ ਟੁਕੜੇ ਗੈਂਗ ਕਹਿ ਰਹੇ ਨੇ ਭਾਜਪਾ ਨੂੰ। ਟੁਕੜੇ ਟੁਕੜੇ ਗੈਂਗ ਮੈਂ ਕਿਉਂ ਕਿਹਾ? ਕਿਉਂਕਿ ਜਿਸ ਤਰੀਕੇ ਨਾਲ ਲੱਗੇ ਹੈ, ਤੁਸੀਂ ਰੋਜ਼ ਅਖਬਾਰ 'ਚ ਬਿਆਨ ਦੇਖੋ, ਜਿਹੜਾ ਉਹਨਾਂ ਦੇ ਹੱਕ 'ਚ ਗੱਲ ਕਰਦਾ ਹੈ ਉਹ ਦੇਸ਼ ਦਾ ਭਗਤ ਹੈ, ਜਿਹੜਾ ਉਹਨਾਂ ਦੇ ਖਿਲਾਫ ਬੋਲ ਕਰਦਾ ਹੈ ਉਹਨੂੰ ਦੇਸ਼ ਵਿਰੋਧੀ ਕਰ ਦਿੰਦੇ ਆ। ਹੁਣ ਕਿਸਾਨਾਂ ਨੂੰ, ਜਿਹੜੇ ਕਿਸਾਨ ਉੱਤੇ ਸੰਘਰਸ਼ ਕਰ ਰਹੇ ਹੈ, ਉਹਨਾਂ ਨੂੰ ਖਾਲਿਸਤਾਨ ਇੱਕ ਧਰਮ ਨਾਲ ਜੋੜਨਾ ਆ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਹੈ। ਟੁਕੜੇ ਟੁਕੜੇ ਦਾ ਮਤਲਬ ਕੀ ਹੈ? ਤੋੜਨਾ। ਹਿੰਦੂ ਮੁਸਲਮਾਨ 'ਚ ਤੋੜ ਪਾਉਣ ਦੀ ਕੋਸ਼ਿਸ਼ ਕਰੀ, ਹਿੰਦੂ ਸਿੱਖ ਵਿੱਚ ਹੁਣ ਕੌਣ ਕਰਦੀ? ਬੜੀ ਮੁਸ਼ਕਿਲ ਨਾਲ ਪੰਜਾਬ ਦੀ ਸ਼ਾਂਤੀ ਬਰਕਰਾਰ ਹੋਈ ਹੈ। ਮੈਂ ਉਹਨਾਂ ਨੂੰ ਬੇਨਤੀ ਕਰਦਾ ਬੀਜੇਪੀ ਦੀ ਲੀਡਰਸ਼ਿਪ ਨੂੰ
ਪੰਜਾਬ ਬੜੀ ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਆਪਣੀ ਸਿਆਸੀ ਜੀਵਨ ਭਾਈਚਾਰਕ ਸਾਂਝ ਵਾਸਤੇ ਲਾਈ, ਪੰਜਾਬ ਦੀ ਸ਼ਾਂਤੀ ਵਾਸਤੇ ਲਾਈ। ਮੈਨੂੰ ਵੀ ਉਹਨਾਂ ਨੇ ਇੱਕੋ ਹੀ ਗੱਲ ਸਿਖਾਈ ਬਾਦਲ ਸਾਹਿਬ ਵੱਡਿਆਂ ਨੇ ਕਿ ਪੰਜਾਬ ਦੀ ਤਰੱਕੀ ਭਾਈਚਾਰਕ ਸਾਂਝ ਕਰਕੇ ਹੈ, ਪੰਜਾਬ ਦੀ ਤਰੱਕੀ ਅਮਨ ਸ਼ਾਂਤੀ ਕਰਕੇ ਹੈ। ਪਰ ਇਹਨਾਂ ਦੀ ਜਿਹੜੀ ਸੋਚ ਹੈ ਆ ਜਾਣ ਕੇ ਜੇ ਤੁਸੀਂ ਪਾੜ ਪਾਉਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਚਾਹੋਗੇ ਕਿ ਸਾਨੂੰ ਇੱਕ ਵਰਗ ਦੀ ਵੋਟ ਮਿਲ ਜੇ। ਸੋਚ ਨਹੀਂ ਹੋਣੀ ਚਾਹੀਦੀ। ਦੇਸ਼ ਤਾਂ ਤਰੱਕੀ ਕਰਦਾ ਕਿਉਂਕਿ ਹਿੰਦੁਸਤਾਨ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੈ। ਜੇ ਸਾਰੇ ਧਰਮਾਂ ਦੇ ਲੋਕ ਇਕੱਠੇ ਖੁਸ਼ ਹੈ ਤਾਂ ਦੇਸ਼ ਤਰੱਕੀ ਕਰੂਗੀ। ਪਰ ਜੇ ਤੁਸੀਂ ਵਿਤਕਰਾ ਪਾਓਗੇ ਤਾਂ ਫਿਰ ਨੁਕਸਾਨ ਹੋਊਗਾ। ਤਾਂ ਉਸ ਕਰਕੇ ਮੈਂ ਕਿਹਾ ਸੀ ਕਿ ਇਹਨਾਂ ਆਪਣੀ ਨੀਤੀ ਬਦਲਣੀ ਚਾਹੀਦੀ ਹੈ। ਪਵਾਰ ਦੇ ਤੱਕ ਬੰਦੇ ਕਿ ਕਾਲੇ ਕਦੀ ਵੀ ਗਠਬੰਧਨ ਹੋਣਾ ਚਾਹੀਦਾ, ਛੱਡ ਪਵਾਰ ਬੰਦ ਹੋ ਜਾਵੇ। ਹਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਨਾਲ ਕਿਤੇ ਗਠਬੰਧਨ ਨਹੀਂ ਕਰ ਸਕਦਾ ਕਿਉਂਕਿ ਜੋ ਕਾਂਗਰਸ ਨੇ ਆਪਣੀ ਕੌਮ ਵਾਸਤੇ ਕੀਤਾ, ਪੰਜਾਬ ਦੇ ਖਿਲਾਫ ਕੀਤਾ, ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦਾ। ਜਿਸ ਅਲਾਇੰਸ ਵਿੱਚ ਕਾਂਗਰਸ ਹੈ ਉਹਦੇ ਵਿੱਚ ਅਸੀਂ ਨਹੀਂ ਹੋ ਸਕਦੇ। ਭਾਜਪਾ ਕਹਿੰਦੀ ਆਪ ਦਮ ਤੇ ਚੁਣਾਵ 2022 ਪਰ ਚਲੇ ਗਏ ਜੀ ਮੋੜ ਹਲਕਾ 2022 ਦੇ ਚੁਣਾਵ ਭਾਜਪਾ ਹਾਂਜੀ ਆਪਣੇ ਦਮ ਤੇ ਲੜੇਗੀ। ਭਾਜਪਾ ਕਹਿ ਰਹੀ ਹੈ ਚੁਣਾਵ 2022 ਦੇ ਕੀ ਭਾਜਪਾ ਕਹਿ ਰਹੀ ਹੈ ਇਕੱਲੇ ਲੜਾਂਗੇ 2022 ਦੇ। ਬਹੁਤ ਚੰਗੀ ਗੱਲ ਹੈ, ਹਰ ਬੰਦੇ ਨੂੰ ਹੱਕ ਹੈ। ਹਾਂਜੀ ਸੇਖੋ ਸਾਹਿਬ ਫਿਰੋਜ਼ਪੁਰ ਚਲੇ ਗਏ ਨੇ, ਮੋੜ ਮੰਡੀ ਹਲਕਾ ਇੰਚਾਰਜ ਕੋਲ ਹਲੇ ਤੱਕ ਹਲਕਾ ਚਾਰਜ ਹਲੇ ਕੋਈ ਨਹੀਂ ਹੈ। ਮੈਂ ਮਲੂਕਾ ਸਾਹਿਬ ਦੀ ਡਿਊਟੀ ਲਾਈ ਹੈ ਕਿਉਂਕਿ ਅਸੀਂ ਕੀ ਕੀਤਾ ਹੈ, ਪੂਰੇ ਪੰਜਾਬ ਵਿੱਚ ਕਈ ਸਾਡੇ ਹਲਕੇ ਖਾਲੀ ਹੋ ਗਏ ਕਿਉਂਕਿ ਖਾਲੀ ਨਹੀਂ, ਜਿਵੇਂ ਬੀਜੇਪੀ ਦੇ ਹਲਕੇ ਸਾਡੇ ਕੋਲੇ ਕੋਈ ਲੀਡਰਸ਼ਿਪ ਨਹੀਂ ਸੀ। ਜਿਵੇਂ ਰੋਜ਼ੀ ਨੂੰ ਬਰਕੰਦੀ ਜਿਹੜਾ ਸਾਡਾ ਐਮਐਲਏ ਹੈ ਉਹਨੂੰ ਅਸੀਂ ਜ਼ਿੰਮੇਵਾਰੀ ਅਬੋਹਰ ਦੀ ਦਿੱਤੀ ਹੈ। ਉਹ ਹਲਕਾ ਇੰਚਾਰਜ ਅਬੋਹਰ ਦੇ ਹੈ, ਆਪਣਾ ਮੁਕਤਸਰ ਦੇ ਹੈ, ਪਰ ਜ਼ਿੰਮੇਵਾਰੀ ਦੇ ਰਿਹਾ। ਜਿਵੇਂ ਸਾਡੇ ਸੇਖੋ ਸਾਹਿਬ ਹੈ ਉਹ ਫਿਰੋਜ਼ਪੁਰ ਤੇ ਆਪਣਾ ਫਾਜ਼ਿਲਕਾ ਦੇਖ ਰਿਹਾ। ਉਵੇਂ ਅਸੀਂ ਜਿਹੜੇ ਮਲੂਕਾ ਸਾਹਿਬ ਆਪਣੇ ਹਲਕਾ ਇੰਚਾਰਜ ਰਾਮਪੁਰ ਖੂਦੇ ਹੈ ਪਰ ਜ਼ਿੰਮੇਵਾਰੀ ਦਿੱਤੀ ਹੈ। ਜਦੋਂ ਤੱਕ ਅਸੀਂ ਫਾਈਨਲ ਨਹੀਂ ਕਰਦੇ ਉਦੋਂ ਤੱਕ ਫਿਰ ਆਹ ਦੇਖਣਗੇ। ਤੇ ਜਿਵੇਂ ਭੁੰਦੜ ਸਾਹਿਬ ਦੀ ਡਿਊਟੀ ਲਾਈ ਆ ਆਪਣੀ ਮਾਨਸਾ ਡਿਸਟ੍ਰਿਕਟ ਦੀ ਸਾਰੀ ਦੇਖਣ ਵਾਸਤੇ। ਸੋ ਇਸ ਕਰਕੇ ਹਲੇ ਹਲਕਾ ਇੰਚਾਰਜ ਅਸੀਂ ਸਾਰੀ ਅਸੈਸਮੈਂਟ ਲੈ ਕੇ ਉਹਦੇ ਦੋ ਭਾਵਨਾ ਲੋਕਾਂ ਦੀ ਦੇਖ ਕੇ ਫਿਰ ਉਹਦੇ ਬਾਅਦ ਅਸੀਂ ਜਲਦੀ ਫੈਸਲੇ ਕਈ ਹਲਕਿਆਂ ਦੇ ਅਸੀਂ ਸਾਨੂੰ ਫੈਸਲੇ ਕਰਨੇ। ਨਗਰ ਨਿਗਮ ਚੋਣਾਂ ਆ ਰਹੀਆਂ ਸੁਖਬੀਰ ਜੀ, ਉਹਨਾਂ ਬਾਰੇ ਕੀ? ਨਗਰ ਚੋਣਾਂ ਬੜੀ ਡਟ ਕੇ ਲੜ ਰਹੇ, ਇਕੱਠੇ ਹੋ ਕੇ ਲੜ ਰਹੇ। ਸਾਡੇ ਬਿਲਕੁਲ ਇਕੱਠ ਹੈ, ਬੜੀ ਖੁਸ਼ੀ ਹੈ ਕਿ ਹੁਣੇ 23 ਸੀਟਾਂ ਦਾ ਬੰਦਾ ਦਾ ਅਨਾਉਂਸਮੈਂਟ ਇਹਨਾਂ ਨੇ ਸਾਰੀ ਦਿੱਤੀ ਹੈ, ਕੀ ਕਰਤੀ ਹੈ। ਜਲਦੀ ਸਾਡੀ ਅਨਾਉਂਸਮੈਂਟ ਹੋਗੀ। ਅਸੀਂ ਬਹੁਤ ਭਾਰੀ ਮਾਤਰਾ ਦੇ ਅਸੀਂ ਸੀਟਾਂ ਜਿੱਤਾਂਗੇ। ਖਰੜ ਦੇ ਵਿੱਚ ਅੱਜ ਫਲਾਈਓਵਰ ਦਾ ਉਦਘਾਟਨ ਉਹਦੇ ਬਾਰੇ ਉਹ ਫਲਾਈਓਵਰ ਦਾ ਮੈਨੂੰ ਬੜੀ ਖੁਸ਼ੀ ਹੈ ਕਿ ਫਲਾਈਓਵਰ ਦਾ ਉਦਘਾਟਨ ਹੋ ਰਿਹਾ। ਜਿਹੜਾ ਫਲਾਈਓਵਰ ਦਾ ਨੀਂਹ ਪੱਥਰ ਤੇ ਮਨਜ਼ੂਰੀ ਮੈਂ ਦਿੱਤੀ ਸੀ, ਕੰਮ ਮੈਂ ਸ਼ੁਰੂ ਕੀਤਾ ਸੀ 4 ਸਾਲ ਪਹਿਲਾਂ ਸੀ, ਪਰ ਆ ਜਿਹੜਾ ਬਣ ਜਾਣਾ ਸੀ 2 ਸਾਲ 2.5 ਸਾਲ ਪਹਿਲੇ। ਪਰ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਤੂਤਾਂ ਕਰਕੇ ਇੰਨਾ ਲੇਟ ਹੋ ਗਿਆ। ਜੇ ਕੈਪਟਨ ਸਾਹਿਬ ਨਾ ਹੁੰਦੇ ਤੇ ਅੱਜ 2.5-3 ਸਾਲ ਪਹਿਲੇ ਹੀ ਆ ਬਣ ਜਾਣਾ ਸੀ। ਸਰ ਲੋਕ ਰਾਜ ਚ ਲੋਕਾਂ ਦੀ ਨਹੀਂ ਸੁਣੀ ਜਾ ਰਹੀ ਸਰਕਾਰ ਵੱਲੋਂ ਜੀ। ਕੀ ਲੋਕ ਰਾਜ ਚ ਲੋਕਾਂ ਦੀ ਨਹੀਂ ਸੁਣੀ ਜਾ ਰਹੀ, ਕੀ ਕਹਿਣਾ ਚਾਹੋਗੇ? ਕਿਸਾਨ ਜਥੇਬੰਦੀਆਂ ਦੇਖੋ ਉੱਥੇ ਦਿੱਲੀ ਨੇ ਮੈਂ ਉਹੀ ਕਹਿ ਰਿਹਾ, ਜਿਹੜਾ ਮਾਹੌਲ ਸੈਂਟਰ ਦੀ ਸਰਕਾਰ ਦੀ ਸੋਚ ਹੈ ਜਿਵੇਂ ਡਿਕਟੇਟਰਸ਼ਿਪ ਵਾਂਗੂ, ਡਿਕਟੇਟਰਸ਼ਿਪ ਦੀ ਸੋਚ ਨਾਲ ਸੂਬੇ ਜਾਂ ਦੇਸ਼ ਤਰੱਕੀ ਨਹੀਂ ਹੋ ਸਕਦਾ। ਦੇਸ਼ ਦੀ ਪ੍ਰਧਾਨ ਮੰਤਰੀ ਪਰਿਵਾਰ ਦਾ ਮੁਖੀ ਹੁੰਦਾ ਹੈ। ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਤਕਲੀਫ ਹੈ ਤੇ ਉਹ ਫਰਜ਼ ਬਣਦਾ ਪੰਜਾਬ ਦੇ ਮੁਖੀ ਦੇ ਦੇਸ਼ ਦੇ ਮੁਖੀ ਦਾ ਕਿ ਉਹਨੂੰ ਉਹਦੀ ਤਕਲੀਫ ਦੂਰ ਕਰੇ। ਪਰ ਜਿਸ ਸੋਚ ਨਾਲ ਸੈਂਟਰ ਸਰਕਾਰ ਚੱਲ ਰਹੀ ਹੈ, ਜਿੱਦ ਨਾਲ ਚੱਲ ਰਹੀ ਹੈ, ਉਹ ਜਿੱਦ ਛੱਡਣੀ ਚਾਹੀਦੀ ਹੈ। ਕੋਈ ਲੀਡਰ ਕਾਮਯਾਬ ਨਹੀਂ ਹੁੰਦਾ ਜਿਹੜਾ ਜਿੱਦ ਫੜ ਕੇ ਫੈਸਲੇ ਕਰਦਾ ਹੈ। ਮਹਿੰਗਾਈ ਆਸਮਾਨ ਯੂਰੀਆ ਸਿਲੰਡਰ 700 ਦੇ ਕਰੀਬ ਤੱਕ ਚੁੱਕਿਆ, ਕੀ ਕਹਿਣਾ ਚਾਹੋਗੇ? 2 ਮੰਗਾਂ ਮੰਨੀਆਂ ਗਈਆਂ ਬਟ ਖੇਤੀ ਕਾਨੂੰਨਾਂ ਦੇ ਰੇਟ ਤਾਂ ਹਜੇ ਵੀ ਜਾਰੀ ਹੈ। ਕੀ ਦੇਖ ਜਿਹੜੀਆਂ 2 ਮੰਗਾਂ ਗੱਲ ਕੀਤੀਆਂ ਬੇਸਿਕਲੀ ਉਹ ਤਾਂ ਇੱਥੇ ਹੀ ਨਹੀਂ ਸੀ। ਜਿਹੜੀਆਂ 2 ਮੈਂ ਉਹੀ ਕਹਿਣਾ ਸੈਂਟਰ ਦੀ ਸਰਕਾਰ ਨੂੰ ਮੈਂ ਬੜਾ ਹੈਰਾਨ ਰਿਹਾ ਜਿਹੜਾ ਜਦੋਂ ਤੋਮਰ ਸਾਹਿਬ ਦਾ ਬਿਆਨ ਸੁਣਿਆ ਕਿ ਅਸੀਂ 2 ਮੰਗਾਂ ਮੰਨ ਲਈਆਂ। ਜਿਹੜਾ ਬਿਜਲੀ ਦਾ ਬਿੱਲ ਹੈ ਉਹ ਬਿੱਲ ਹੈ ਹੀ ਨਹੀਂ, ਬਿੱਲ ਆਇਆ ਹੀ ਨਹੀਂ। ਤੇ ਜਿਹੜੀ ਬਿੱਲ ਆਈ ਚੀਜ਼ ਨਹੀਂ ਹੈ ਤੁਸੀਂ ਉਹ ਕਹੋਗੇ ਅਸੀਂ ਮੰਨ ਲਈ ਤੇ ਫਿਰ ਉਹਦੇ ਤੇ ਕੋਈ ਗੱਲ ਨਹੀਂ ਹੈ। ਬਾਕੀ ਜਿਹੜਾ ਹੈਗਾ ਦੂਜਾ ਪਰਾਲੀ ਵਾਲਾ ਉਹ ਵੀ ਉਹਨਾਂ ਨੇ ਹਲੇ ਬਿੱਲ ਨਹੀਂ ਹੈ। ਅਸਲੀ ਗੱਲ ਹੈ ਤੇਰੇ 3 ਕਾਨੂੰਨ ਜਾਣ ਕੇ ਪਬਲਿਕ ਲਈ ਦਿਖਾਉਣਾ ਚਾਹੁੰਦੇ ਆ ਕਿ ਅਸੀਂ 50% ਕਰ ਲਿਆ। 50% ਹਲੇ 0 ਹੀ ਕੀਤਾ ਹੈ। ਜਿਹੜਾ ਅਸਲੀ ਮੰਗ ਜਿਸ ਕਰਕੇ ਸੰਘਰਸ਼ ਹੋ ਰਿਹਾ ਹੈ ਉਹ 3 ਕਾਨੂੰਨ ਵਾਪਸ ਕਰਨ ਦੇ ਸੰਘਰਸ਼ ਹੋ ਰਿਹਾ ਹੈ। ਮੋੜ ਮੀਟਿੰਗ ਹੈ ਸਰ, ਕੁਝ ਹੋ ਸਕੇ ਬਿਜਲੀ ਦੇ ਜਿਹੜੇ ਬਿੱਲ ਨੇ ਫਿਰ ਵਧਾਏ ਜਾ ਰਹੇ ਨੇ, ਫਿਰ ਦੀ ਯੂਨਿਟ ਦਾ ਰੇਟ ਵਧਾਇਆ ਜਾ ਰਿਹਾ ਤੇ ਉਂਗਲ ਉੱਠ ਰਹੀ ਹੈ ਉਹਨਾਂ ਪ੍ਰੋਜੈਕਟਾਂ ਦੇ ਉੱਪਰ ਜਿਹੜੇ ਤੁਸੀਂ ਲੈ ਕੇ ਆਏ ਸੀ ਅਡਾਨੀ ਪਾਵਰ ਵਾਲੇ ਸਾਰੇ। ਪਹਿਲੀ ਗੱਲ ਅਡਾਨੀ ਪਾਵਰ ਦਾ ਕੋਈ ਪ੍ਰੋਜੈਕਟ ਨਹੀਂ ਇੱਥੇ।
ਜਿਹੜੇ ਤੁਸੀਂ ਉਹ ਕੋਈ ਅਡਾਨੀ ਦਾ Solar ਵਾਲੇ। ਨਹੀਂ, ਅਡਾਨੀ ਦਾ ਨਹੀਂ ਹੈ। ਟਾਵਰ ਤੇ ਬਿਜਲੀ ਨਹੀਂ ਪੈਦਾ ਹੁੰਦੀ। ਦੇਖ ਕੇ ਦਾ ਵਿਰੋਧ ਕਰਨਾ ਹੈ ਖਿਲਾਫ ਕਿਹੜਾ? ਬੀਜੇਪੀ ਦਾ ਵਿਰੋਧ ਕਰਨਾ ਹੈ ਖਿਲਾਫ ਮਾਮਲੇ ਦਰਜ ਕਰਵਾਏ ਜਾ ਰਹੇ ਨੇ ਲਗਾਤਾਰ ਕਾਂਗਰਸ ਤੇ ਦਬਾਅ ਪਾਇਆ ਜਾ ਰਿਹਾ ਹੈ। ਕਿਹੜਾ? ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਹੈਗਾ ਵਿਰੋਧ ਕਰਨ ਵਾਲਿਆਂ ਖਿਲਾਫ ਮਾਮਲੇ ਦਰਜ ਕਰਵਾਏ ਜਾ ਰਹੇ ਨੇ ਹੁਣ ਸਰਕਾਰ ਤੇ ਦਬਾਅ ਮੈਂ ਉਹੀ ਬੇਨਤੀ ਕਰਨਾ ਚਾਹੁੰਦਾ ਹੈ, ਬੀਜੇਪੀ ਦੀ ਲੀਡਰਸ਼ਿਪ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ ਇੰਸਟੀਗੇਟ ਨਾ ਕਰੀਏ। ਤੁਸੀਂ ਜੇ ਕੋਈ ਸੈਕਸ਼ਨ ਆਫ ਸੁਸਾਇਟੀ ਕਿਸੇ ਚੀਜ਼ ਦੇ ਉਲਟ ਹੈ, ਪਰ ਤੁਸੀਂ ਉੱਥੇ ਜਾ ਕੇ ਤੁਸੀਂ ਕਹੋਗੇ ਨਹੀਂ ਉਲਟ ਤੁਸੀਂ ਜੋ ਕਰ ਰਹੇ ਹੋ ਗਲਤ ਹੈ, ਸਾਡੇ ਕਾਨੂੰਨ ਠੀਕ ਹੈ, ਇਹਦਾ ਮਤਲਬ ਕਲੈਸ਼ ਹੋਊਗਾ। ਤੁਸੀਂ ਕਿਉਂ ਇੰਸਟੀਗੇਟ ਕਰਦੇ ਹੋ? ਜਿੰਨਾ ਤੱਕ ਤੁਸੀਂ ਉਦੋਂ ਚੰਗਾ ਹੈ ਕਿ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਇਕੱਠੇ ਹੋ ਕੇ ਪ੍ਰਾਈਮ ਮਿਨਿਸਟਰ ਕੋਲ ਜਾਏ, ਹੋਮ ਮਿਨਿਸਟਰ ਕੋਲ ਜਾਏ, ਅਮਿਤ ਸ਼ਾਹ ਜੀ ਕੋਲ ਜਾਏ ਤੇ ਉਹਨਾਂ ਨੂੰ ਦੱਸੇ ਕਿ ਇਹ ਭਾਵਨਾ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ, ਤੇ ਮੈਨੂੰ ਲੱਗਦਾ ਬਹੁਤ ਵੱਡੀ ਚੰਗੀ ਗੱਲ ਹੋਊਗੀ। ਸਰ ਸਿਲੰਡਰ 700 ਦੇ ਕਰੀਬ ਪਾਰ ਹੋ ਚੁੱਕਿਆ ਹੈ, ਮਹਿੰਗਾਈ ਆਸਮਾਨ ਛੂ ਰਹੀ ਹੈ, ਕੀ ਕਹਿਣਾ ਚਾਹੋਗੇ? ਘਟਾ ਦਿਓ ਜੀ, ਘਟਾ ਦਿਓ। ਆਪਣੇ ਸੀਟ ਆ ਜਾਓ। ਸਰ ਆਮ ਬੰਦੇ ਦਾ ਜੀਣਾ ਦੁੱਭਰ ਹੋ ਹਾਂਜੀ, ਅਕਾਲੀ ਦਲ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਤੇ ਕਾਂਗਰਸ ਦੇ ਵੱਲੋਂ ਵੀ ਸਜਾ ਗਿਆ, ਸੈਕਟਰ ਚਲਾਇਆ ਗਿਆ, ਪਰ ਹੁਣ ਜਿਹੜਾ ਹੈਗਾ ਪ੍ਰੋਟੈਸਟ ਨੈਸ਼ਨਲ ਲੈਵਲ ਤੇ ਪਹੁੰਚ ਗਿਆ ਦਿੱਲੀ ਤੇ ਨਾ ਕਾਂਗਰਸ ਕੁਝ ਕਰ ਰਹੀ ਹੈ ਔਰ ਨਾ ਹੀ ਅਕਾਲੀ ਦਲ ਵੱਲੋਂ ਵੀ ਤੁਸੀਂ ਇੱਕ ਗੱਲ ਦੱਸੋ, ਤੁਸੀਂ ਜਿੰਨੇ ਵੀ ਸਾਡੇ ਵਰਕਰ ਹੈ ਤੁਸੀਂ ਚੈੱਕ ਕਰੋ, ਸਾਰੇ ਉੱਥੇ ਬੈਠੇ ਹੈ। ਸਾਡੇ ਘੱਟ ਤੋਂ ਘੱਟ 65 ਹਲਕਾ ਇੰਚਾਰਜ ਉੱਥੇ ਹੈ। ਐਸਜੀਪੀਸੀ ਤੇ ਡੀਜੀਪੀਸੀ ਤਰਫੋਂ ਲੰਗਰ ਲੱਗੇ ਆ ਉੱਥੇ, ਮੈਡੀਕਲ ਉੱਥੇ ਵੈਨਸ ਤੁਸੀਂ ਦੇਖਿਆ, ਸਾਰੇ ਉੱਥੇ ਟੈਂਟਾਂ ਦਾ ਇੰਤਜ਼ਾਮ। ਸਾਡੇ ਯੂਥ ਵਿੰਗ ਦੇ ਮੁਕਤਸਰ ਦੇ ਲੋਕਾਂ ਨੇ ਉੱਥੇ ਟੈਂਟ ਸਿਟੀ ਬਣਾਈ ਹੈ। ਜੇ ਟੈਂਟ ਸਿਟੀ ਤੁਸੀਂ ਦੇਖੋ, ਬਹੁਤ ਸੋਹਣੀ ਟੈਂਟ ਸਿਟੀ ਉੱਥੇ ਆਪਣੇ ਵਰਕਰ ਜਿਹੜੇ ਆਪਣੇ ਮੁਕਤਸਰ ਵਾਲੇ ਆ ਉਹਨਾਂ ਨੇ ਬਣਾਈ ਉੱਥੇ ਟੈਂਟ ਸਿਟੀ। ਸੋ ਆਹ ਜਿਹੜਾ ਸੰਘਰਸ਼ ਹੈ, ਜਿਵੇਂ ਮੈਂ ਕਿਹਾ, ਆਹ ਇੱਕ ਇਮੋਸ਼ਨਲ ਸੰਘਰਸ਼ ਹੈ। ਇਹਨੂੰ ਅਸੀਂ ਪੋਲੀਟੀਕਲ ਐਂਗਲ ਨਹੀਂ ਦੇਣਾ ਚਾਹੁੰਦੇ, ਕਿਉਂਕਿ ਜੇ ਪੋਲੀਟੀਕਲ ਐਂਗਲ ਦੇਣਾ ਮਤਲਬ ਹੈ ਕਿ ਬੀਜੇਪੀ ਨੂੰ ਮੌਕਾ ਦੇਣਾ ਕਿ ਇਹਨੂੰ ਸੰਘਰਸ਼ ਨੂੰ ਬਦਨਾਮ ਕਰਨਾ। ਸੋ ਆਹ ਸੰਘਰਸ਼ ਕਿਸਾਨੀ ਦਾ ਪੋਲਿਟਿਕਸ ਉੱਤੇ ਉੱਠ ਕੇ ਹੈ ਤੇ ਬੜੀ ਖੁਸ਼ੀ ਹੈ ਕਿ ਸਾਰੇ ਲੱਗੇ ਹੈ। ਮਾਨਵ ਸਾਹਿਬ, ਜੇ ਕੋਈ ਜਿਹੜੇ ਸੰਘਰਸ਼ ਚੱਲ ਰਿਹਾ, ਜੇ ਬੀਜੇਪੀ ਵਾਲੇ ਮੁੱਦੇ ਮੰਨ ਲੈਂਦੇ ਆ ਤਾਂ ਕੋਈ ਚਾਂਸ ਹੈ ਸਾਡੇ ਦੁਬਾਰਾ ਲਾਈਵ ਕਰਨ ਦੇ? ਹਲੇ ਕੋਈ ਚਾਂਸ ਨਹੀਂ, ਕੋਈ ਗੁੰਜਾਇਸ਼ ਚਾਂਸ ਕਿਸੇ ਵੀ ਤਰ੍ਹਾਂ ਦਾ ਨਹੀਂ? ਹਲੇ ਕੋਈ ਨਹੀਂ। ਬਾਅਦ ਸਾਹਿਬ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਇਲੈਕਸ਼ਨ ਕਿ ਮਤਲਬ ਜਿਹੜਾ ਹੈਗਾ ਜ਼ਿਆਦਾ ਹੋ ਸਕਦਾ ਕਿ ਪਰੀ ਇਲੈਕਸ਼ਨ ਜਾਂ ਪੋਸਟ ਇਲੈਕਸ਼ਨ ਵੀ ਦੁਬਾਰਾ ਫਿਰ ਅਲਾਈਅੰਸ ਹੋਣਾ ਹੈ ਸਰਕਾਰ ਬਣਾਉਣ ਬੀਜੇਪੀ ਦੇ ਨਾਲ। ਤੁਹਾਨੂੰ ਕੀ ਸ਼ੱਕ ਲੱਗਦਾ? ਪਤਾ ਹੀ ਲੱਗ ਜੂ ਤੁਹਾਨੂੰ, ਸਾਲ ਬਾਅਦ ਪਤਾ ਲੱਗ। ਅਸੀਂ ਤੁਹਾਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਕੱਲੀ ਪਾਵਰ ਨਹੀਂ, ਸਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਅਸੂਲ ਹੈ। ਸਾਡੇ ਨਾਲ ਉਹਨਾਂ ਨੇ ਧੋਖਾ ਦਿੱਤਾ ਹੈ, ਸਾਡੀ ਪਿੱਠ ਤੇ ਛੁਰਾ ਮਾਰਿਆ ਹੈ। ਜਿਹੜੀ ਪੁਰਾਣੀ 35 ਸਾਲ ਪੁਰਾਣੀ ਪਾਰਟੀ ਨੂੰ ਜਿਹੜੀ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੀ ਹੈ, ਸਾਡੀ ਪਾਰਟੀ ਨੂੰ ਬਗੈਰ ਪੁੱਛੇ ਅਲਾਇੰਸ ਧਰਮ ਦਾ ਉਲੰਘਣ ਹੈ। ਕਿਉਂਕਿ ਜੇ ਅਲਾਇੰਸ ਦਾ ਮਤਲਬ ਹੈ ਤੁਸੀਂ ਇਕੱਠੇ ਸਰਕਾਰ ਫੈਸਲੇ ਇਕੱਲੇ ਕਰੋ, ਫਿਰ ਇਕੱਠੇ ਸਰਕਾਰ ਦੀ ਕੋਈ ਗੱਲ ਨਹੀਂ ਹੈ। ਆਹ ਫੈਸਲਾ ਉਹਨਾਂ ਇਕੱਲੇ ਦਾ ਸੀ, ਬਗੈਰ ਪੁੱਛ ਕੇ ਕੀਤਾ ਹੈ। ਹਾਂਜੀ, ਬਗੈਰ ਪੁੱਛ ਕੇ ਕੀਤਾ ਹੈ, ਤੋ ਇਸ ਕਰਕੇ ਉਹਨਾਂ ਨੇ ਸਾਡੇ ਪਿੱਠ ਤੇ ਛੁਰਾ ਮਾਰਿਆ, ਧੋਖਾ ਦਿੱਤਾ ਸਾਡੇ ਨਾਲ। ਸੋ ਇਸ ਕਰਕੇ ਸਾਡਾ ਅਸੂਲੀ ਉਹਨਾਂ ਨਾਲ ਬ੍ਰੇਕਅਪ। ਐਨਡੀਏ ਦੇ ਕਿਸੇ ਪਾਰਟਨਰ ਤੁਸੀਂ ਹੋਰ ਗੱਲ ਹੋ, ਇਕੱਲੇ ਅਸੀਂ ਨਹੀਂ, ਐਨਡੀਏ ਦੇ ਸਾਰੀਆਂ ਪਾਰਟੀਆਂ ਨਾਲ ਉਹਨਾਂ ਨੇ ਧੋਖਾ ਕੀਤਾ ਹੈ। ਜਨਤਾ ਦਲ ਯੂਨਾਈਟਿਡ ਜਿਹੜੀ ਹੁਣ ਅਖੀਰਲੀ ਬਚੀ ਪਈ ਹੈ, ਉਹਨਾਂ ਦੀ ਅਰੁਣਾਚਲ ਆਪਣਾ ਜਿਹੜੇ ਅਰੁਣਾਚਲ ਸੀ, ਜਿੱਥੇ ਉਹਨਾਂ ਦੇ ਐਮਐਲਏ ਤੋੜ ਕੇ, ਯਾਰ ਕੀ ਤੁਸੀਂ ਅਲਾਇੰਸ ਪਾਰਟੀ ਦੇ ਐਮਐਲਏ ਤੋੜੋ, ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਹੈ? ਸਰ ਪਲੀਜ਼ ਐਜ਼ ਯੂ ਆਰ ਸੇਇੰਗ, ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਅਕਾਲੀ ਦਲ ਨੇ ਬਹੁਤ ਡਟ ਕੇ ਵਿਰੋਧ ਕੀਤਾ, ਆਲ ਦਾ ਮੀਟਿੰਗਸ ਦੇ ਅੰਦਰ ਮੈਮ ਨੇ ਤੁਸੀਂ ਆਪਣੇ ਕਮੈਂਟਸ ਦਿੱਤੇ ਅਗੇਂਸਟ ਉਸ ਬਿੱਲ ਦੇ, ਬਟ ਉਹ ਤੁਹਾਡੀ ਵੀਡੀਓਜ਼ ਜਿਹੜੀਆਂ ਰਿਲੀਜ਼ ਹੁੰਦੀਆਂ ਰਹੀਆਂ ਡਿਊਰਿੰਗ ਦੈਟ ਟਾਈਮ, ਉਹ ਚੀਜ਼ਾਂ ਨਜ਼ਰ ਨਹੀਂ ਆਈਆਂ। ਕਿਹੜੀ ਵੀਡੀਓ ਕਿਹੜੀ? ਸਰ ਉਸ ਕ੍ਰਿਸ਼ੀ ਬਿੱਲ ਦੇ ਅਕੋਰਡਿੰਗ ਟੂ ਦੈਟ ਰਿਲੇਟਡ ਵਿਦ ਦ ਕ੍ਰਿਸ਼ੀ ਬਿੱਲ। ਤੁਸੀਂ ਓਕੇ, ਯੂ ਸੌ ਅ ਵੀਡੀਓ? ਹਾਂ, ਰਿਲੇਟਡ ਵਿਦ ਦੈਟ। ਅਗਰ ਅਕਾਲੀ ਦਲ ਬਿਲਕੁਲ ਬਹੁਤ ਨੀਟ ਐਂਡ ਕਲੀਨ ਤਰੀਕੇ ਨਾਲ ਇਹ ਗੱਲ ਕਲੀਅਰ ਕਰ ਰਿਹਾ ਕਿ ਅਸੀਂ ਵੀ ਆਰ ਅਗੇਂਸਟ ਦ ਕ੍ਰਿਸ਼ੀ ਬਿੱਲ, then what is the pressure on ਅਕਾਲੀ ਦਲ? ਇਸ ਟਾਈਮ ਅਕਾਲੀ ਦਲ ਇਹਨਾਂ ਪ੍ਰੈਸ਼ਰ ਫੀਲ ਕਿਉਂ ਕਰ ਰਿਹਾ? ਬਿਕੋਜ਼ ਕਿਸ ਚੀਜ਼ ਦਾ ਪ੍ਰੈਸ਼ਰ? ਅੱਧਾ ਘੰਟਾ ਤੁਹਾਡਾ ਜਿਹੜਾ ਪਲੀਜ਼ ਇੱਕ ਬੜਾ ਰਿਸਪੈਕਟਿਵ ਲੈਕਚਰ ਹੋਇਆ ਦੈਟ ਉਹ ਵੀ ਸੈਂਟਰਲਾਈਜ਼ ਔਨ ਐਗਰੀਕਲਚਰ ਐਂਡ ਕਿਸਾਨ ਖਾਸ ਤੌਰ ਤੇ, ਵਾਈ ਦੈਟ ਸਿਚੁਏਸ਼ਨ ਕਿਉਂ ਰਾਈਜ਼ ਹੋਈ ਪੰਜਾਬ? ਬਿਕੋਜ਼ ਅੱਜ ਇਸ਼ੂ ਕਿਸਾਨੀ ਦਾ, ਅੱਜ ਇਸ਼ੂ ਸਾਰਾ ਪੰਜਾਬ ਇਰਰਿਸਪੈਕਟਿਵ ਆਫ ਪਾਰਟੀ
ਮੈਂ ਨਹੀਂ ਕਹਿੰਦਾ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਸਾਰੇ ਬੰਦੇ ਉੱਥੇ ਬੈਠੇ ਆ। ਅੱਜ ਡਾਕਟਰ ਉੱਥੇ ਗਏ ਹੈ, ਅੱਜ ਉੱਥੇ NRI ਬਾਹਰੋਂ ਆ ਕੇ ਉੱਥੇ ਗਏ ਹੈ, ਅੱਜ ਸ਼ਹਿਰ ਦੇ ਲੋਕ ਵਪਾਰੀ ਉੱਥੇ ਬੈਠੇ ਹੈ। ਸੋ ਇਟ ਇਜ਼ ਦਿਸ ਕੁਐਸਚਨ ਆਫ ਕ੍ਰਿਸ਼ੀ ਬਿੱਲ ਇਜ਼ not related only ਕਿਸਾਨੀ ਨਾਓ। ਆ ਸਾਰੇ ਹੁਣ ਸਾਰੇ ਲੋਕ ਇਕੱਠੇ ਹੋਏ। ਸੋ ਆ ਇੱਕ ਇਮੋਸ਼ਨਲ ਐਜੀਟੇਸ਼ਨ ਬਣ ਗਈ ਹੈ, ਨਥਿੰਗ ਟੂ ਵਿਦ ਪਾਰਟੀ। ਸੋ ਜਿਹੜੀ ਅੱਜ ਦੀ ਮੇਨ ਸੰਘਰਸ਼ ਜਿਹੜੇ ਦੇਸ਼ ਵਿੱਚ ਪੰਜਾਬ ਚੱਲ ਰਿਹਾ ਆਹੀ ਹੈ। ਸੋ ਇਹਦੇ 'ਚ ਕੋਈ ਗੱਲ ਨਹੀਂ ਹੈ ਕਿ ਅਸੀਂ ਜਿਹੜਾ ਕਰ ਰਹੇ ਹਾਂ, ਹਰ ਬੰਦੇ ਦਾ ਫਰਜ਼ ਹੈ। ਜੇ ਸੰਦੇ ਜਾ ਰਹੇ ਹੈ ਆਪਣੇ ਆਪ ਜਾ ਰਹੇ ਹੈ। Sir, but in nutshell, Mr. Rajnath Singh ਨੇ and BJP ਨੇ the central government ਉਹਨਾਂ ਨੇ ਬੜਾ ਕਲੀਅਰ ਕਰਤਾ ਕਿ ਅਸੀਂ ਇਸ ਨੂੰ ਅਮੈਂਡ ਕਰਨ ਵਾਸਤੇ ਰੈਡੀ ਹਾਂ, ਸਾਡੇ ਤੋਂ ਅਮੈਂਡਮੈਂਟ ਵੀ ਆਰ ਰੈਡੀ ਟੂ ਡੂ ਇਟ, ਬਟ ਵੀ ਆਰ ਨਾਟ ਗੋਇੰਗ ਟੂ ਟੇਕ ਇਟ ਰਿਵਰਟ। ਇਸ ਤੋਂ ਰਿਵਰਸ ਗੇਅਰ ਨਹੀਂ ਹੋ ਸਕਦਾ। ਗੱਲ ਸਿੱਧੀ ਹੈ। ਹਾਊ ਯੂ ਫੀਲ ਇਟ? ਅਕਾਲੀ ਦਲ ਇਸ ਚੀਜ਼ ਕਿਵੇਂ ਲੀਡ ਲੈ? ਮੈਂ ਉਹੀ ਕਹਿਣਾ ਸਾਹਿਬ, ਮੋਦੀ ਸਾਹਿਬ ਨੂੰ ਫੈਸਲਾ ਕਰਨਾ ਪੈਣਾ। BJP ਨੇ ਫੈਸਲਾ ਕਰਨਾ ਚਾਹਣਾ, ਸਰਕਾਰ ਉੱਥੇ ਰੱਖਣੀ ਹੈ ਕਿ ਕਿਸਾਨ ਰੱਖਣੇ ਨੇ। ਖਾਲਸਾ ਇੱਕ ਨਾ ਹੋਰ ਜਿਹੜਾ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਜਿਵੇਂ ਦੱਸਿਆ ਕਿ ਆਪਾਂ 100 ਸਾਲਾ ਮਨਾ ਰਹੇ ਹਾਂ ਅਕਾਲੀ ਦਲ ਦਾ, ਸਭ ਤੋਂ ਜਿਹੜੇ ਮੇਨ ਸਿਚੁਏਸ਼ਨ ਮਾੜੀ ਹਾਲਾਤ ਦੇ ਮਤਲਬ ਅਕਾਲੀ ਦਲ ਟੱਪ ਰਿਹਾ 15 ਸੀਟਾਂ ਤੇ ਹੈ। ਪਹਿਲੀ ਗੱਲ ਹੈ, ਪਹਿਲੇ ਮੈਂ ਤੁਹਾਨੂੰ ਇੱਕ ਗੱਲ ਕਰਦਾ, ਫਿਰ ਹੋਰ ਸਾਰੇ ਦੋ ਤਿੰਨ ਚੀਜ਼ਾਂ ਤੁਹਾਡੇ ਚੱਕ ਜਿਹੜਾ ਮੇਨ ਟਾਰਗੇਟ ਹੈ, ਚਾਹੇ ਤੁਹਾਨੂੰ ਢੀਂਡਸਾ ਸਾਹਿਬ ਛੱਡ ਕੇ ਗਏ ਜਾਂ ਹੋਰ ਜੋ ਵੀ ਅਕਾਲੀ ਦਲ ਨੇ ਬ੍ਰਹਮਪੁਰਾ ਲਾ ਲਓ ਜਾਂ ਕੁਛ ਵੀ ਲਾ ਲਓ, ਕਾਂਗਰਸ ਵਾਲੇ ਵੀ ਲਾ ਲਓ, ਉਹ ਸਾਰੇ ਕਹਿ ਰਹੇ ਕਿ ਅਕਾਲੀ ਦਲ ਇੱਕ ਬੜੀ ਚੰਗੀ ਜਮਾਤ ਹੈ, ਬਹੁਤ ਵਧੀਆ ਜਮਾਤ ਹੈ। ਉਹ ਟਾਰਗੇਟ ਤੁਹਾਨੂੰ ਕਰ ਰਿਹਾ। ਮੇਰਾ ਸਵਾਲ ਇਹ ਹੈਗਾ ਕਿ ਜੇ ਤੁਹਾਨੂੰ ਕੋਈ ਲੱਗਦਾ ਕਿ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਦੂਜੀਆਂ ਵਿਰੋਧੀ ਜਿਹੜੇ ਸਾਡੇ ਛੱਡ ਕੇ ਜਾ ਰਹੇ ਆ ਕਿ ਹੋਰ ਕੋਈ ਪ੍ਰਧਾਨ ਦੀ ਅਗਵਾਈ ਦੇ ਵਿੱਚ ਜੇ ਉਹ ਕੋਈ ਇਕੱਠੇ ਹੋਣਾ ਚਾਹੁੰਦੇ ਆ ਤਾਂ ਤੁਸੀਂ ਤਿਆਰ ਹੋ ਰੈਡੀ? ਜੇ ਲੋਕ ਪਾਰਟੀ ਦੇ ਪਿੱਠ ਤੇ ਛੁਰਾ ਮਾਰਦੇ ਆ, ਉਹਨਾਂ ਦਾ ਕੋਈ ਰਾਈਟ ਨਹੀਂ ਡਿਸਾਈਡ ਕਰਨਾ। ਸਾਡੀ ਜਿਹੜੀ ਪਾਰਟੀ ਦੇ ਫੈਸਲੇ ਸਾਡੀ ਕੋਰ ਕਮੇਟੀ ਕਰਦੀ ਹੈ, ਪਾਰਟੀ ਲੀਡਰਸ਼ਿਪ ਕਰਦੀ ਹੈ। ਸੋ ਜੇ ਪਾਰਟੀ ਲੀਡਰਸ਼ਿਪ ਦਾ ਫੈਸਲਾ ਹੈ, ਜਿਹੜਾ ਸਾਨੂੰ ਛੱਡ ਕੇ ਚਲੇ ਗਿਆ ਉਹ ਕਦੇ ਸਾਡੀ ਭਲਾਈ ਦੀ ਗੱਲ ਕਰੂਗਾ? ਉਹਨਾਂ ਦਾ ਮਤਲਬ ਇਹ ਹੈ ਕਿ ਕਿਵੇਂ ਲੀਡਰਲੈਸ ਕਰਨਾ ਪਾਰਟੀ ਨੂੰ। ਇਸ ਕਰਕੇ ਉਹ ਇੱਕ ਕੁਐਸਚਨ ਤਾਂ ਰੇਜ਼ ਕਰਦੇ ਆ। ਇਹਨਾਂ ਦੀ ਪ੍ਰਧਾਨਗੀ 'ਚ ਉਹਨਾਂ ਲੋਕਾਂ ਨੇ ਵਜ਼ੀਰੀਆਂ ਬਣੀਆਂ, ਇਹਨਾਂ ਦੀ ਪ੍ਰਧਾਨਗੀ 'ਚ ਬਾਰ-ਬਾਰ ਚੋਣਾਂ ਲੜੀਆਂ, ਇਹਨਾਂ ਦੀ ਪ੍ਰਧਾਨਗੀ 'ਚ ਸੈਂਕੜੇ ਅਹੁਦੇ ਲਏ। ਅੱਜ ਜਾ ਕੇ ਉਹ ਕਿਸ ਤਰ੍ਹਾਂ ਕਹਿੰਦੇ 10 ਸਾਲ ਕਿਵੇਂ ਇਹਨਾਂ ਦੀ ਪ੍ਰਧਾਨਗੀ ਬਣੀ? ਅੱਜ ਪ੍ਰਧਾਨਗੀ ਗਲਤ ਹੋ ਗਈ ਇਸ ਕਰਕੇ ਕਿਉਂਕਿ ਉਹ ਆਪ ਗਲਤ ਪਾਸੇ ਚਲੇ ਗਏ। ਉਹ ਚਾਹੁੰਦੇ ਨੇ ਕਿਵੇਂ ਪਾਰਟੀ ਨੂੰ ਲੀਡਰਲੈਸ ਕਰਨਾ। ਇਹ ਹੈ ਉਹਨਾਂ ਦਾ ਮਤਲਬ। ਉਹਨਾਂ ਦਾ ਮਤਲਬ ਕੋਈ ਭਲਾਈ ਨਹੀਂ ਅਕਾਲੀ ਦਲ ਦੀ। ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਉਹਨਾਂ ਦੇ ਮਗਰ ਕੈਪਟਨ ਅਮਰਿੰਦਰ ਸਿੰਘ ਹੈ। ਆਹ ਸਾਰੀ ਸਾਜ਼ਿਸ਼ ਜਿਹੜੀ ਅਕਾਲੀ ਦਲ ਦੇ ਢੀਂਡਸਾ ਸਾਹਿਬ ਦੀ ਸਾਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੁਸੀਂ ਕੀਤੀ ਹੈ। ਤੁਸੀਂ ਅੱਜ ਦੇਖ ਲਓ, ਕੈਪਟਨ ਅਮਰਿੰਦਰ ਸਿੰਘ ਆਲ ਪਾਰਟੀ ਮੀਟਿੰਗ ਸੱਦਦੇ ਆ, ਢੀਂਡਸਾ ਸਾਹਿਬ ਨੂੰ ਕਿਉਂ ਸੱਦਦੇ ਆ? ਢੀਂਡਸਾ ਸਾਹਿਬ ਤਾਂ ਆਫੀਸ਼ੀਅਲੀ ਅਕਾਲੀ ਦਲ ਤੋਂ ਬਾਹਰ ਹੀ ਨਹੀਂ, ਉਦੋਂ MP ਹੈ ਸਾਡੇ, ਉਹਨਾਂ ਨੂੰ ਕਿਉਂ ਛੱਡਦੇ ਆ? ਹਰ ਚੀਜ਼ ਢੀਂਡਸਾ ਸਾਹਿਬ ਨੂੰ ਅੱਗੇ ਕਿਉਂ ਰੱਖਦੇ ਆ? ਕਿਉਂਕਿ ਇਹ ਮੈਂ ਕਿ ਢੀਂਡਸਾ ਸਾਹਿਬ ਉਹਨਾਂ ਦੀ ਗੇਮ ਖੇਡ ਰਿਹਾ। ਸੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਬੜੀਆਂ ਕੋਸ਼ਿਸ਼ਾਂ ਰਹੀਆਂ ਪਿਛਲੇ 100 ਸਾਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨੀਆਂ। ਜਿਹੜੇ ਲੋਕਾਂ ਨੇ ਕੀਤੇ ਉਹ ਲੋਕ ਖਤਮ ਹੋ ਗਏ, ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਨਿਕਲਿਆ।